तो दोस्तों, स्वागत है आपका हमारे यूट्यूब चैनल एग्ज़ाम प्रेपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। संविधान ਵਿੱਚ ਦੱਸੇ ਗਏ ਬੁਨਿਆਦੀ ਕਰਤਵਾਂ ਦੀ ਕੁੱਲ ਕਿੰਨੀ ਗਿਣਤੀ ਹੈ? ਇਸ ਦਾ ਰਾਈਟ ਆਂਸਰ ਹੈ ਜੀ ਸੀ 11। ਮੂਲ ਰੂਪ ਦੇ ਵਿੱਚ 10 ਸੀ ਤੇ 11ਵਾਂ ਜਿਹੜਾ ਹੈ 2002 ਦੇ ਵਿੱਚ 86ਵੀਂ ਸੋਧ ਦੁਆਰਾ ਉਹ ਐਡ ਕੀਤਾ ਗਿਆ। ਸੰਵਿਧਾਨ ਦੀ ਕਿਹੜੀ ਧਾਰਾ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਕਲਪਨਾ ਕਰਦੀ ਹੈ? ਹਾਂਜੀ, ਇਹ ਹੈ ਜੀ ਆਰਟੀਕਲ 45। ਇਹ ਵੀ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਆਉਂਦਾ ਜੀ। ਜ਼ਮੀਨੀ ਸੁਧਾਰ ਕਾਨੂੰਨ ਨੂੰ ਨਿਆਇਕ ਸਮੀਖਿਆ ਤੋਂ ਬਚਾਉਣ ਦੇ ਲਈ ਕਿਸ ਸੰਵਿਧਾਨਿਕ ਸੋਧ ਵਿੱਚ 9ਵੀਂ ਅਨੁਸੂਚੀ ਨੂੰ ਸ਼ਾਮਲ ਕੀਤਾ ਗਿਆ ਸੀ? ਇਹ ਸੀ ਜੀ ਆਪਣੀ ਪਹਿਲੀ ਸੂਚੀ। ਇਸ ਤਰ੍ਹਾਂ ਸੀ ਜੀ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੇ ਡਿਵੈਲਪਮੈਂਟ ਕੰਮ ਸ਼ੁਰੂ ਕਰਨੇ ਸੀ ਕਿ ਫਲਾਈਓਵਰ ਬਣਾਉਣੀਆਂ ਸੀਗੀਆਂ, ਸੜਕਾਂ ਬਣਾਉਣੀਆਂ ਸੀ, ਨਹਿਰਾਂ ਬਣਾਉਣੀਆਂ ਸੀ। ਇਹਦੇ ਲਈ ਜ਼ਮੀਨ ਅਕਵਾਇਰ ਕਰਨੀ ਜ਼ਰੂਰੀ ਸੀ। ਕਿਸਾਨ ਜ਼ਮੀਨ ਨਹੀਂ ਦੇ ਰਹੇ ਸੀ ਤਾਂ ਉਸ ਸਮੇਂ ਜਿਹੜੀ ਲੈਂਡ ਰਿਫਾਰਮਸ ਕਾਨੂੰਨ ਆ ਜਿਹੜੇ ਉਹ ਲਿਆਂਦੇ ਗਏ, ਜਿਹਦੇ ਤਹਿਤ ਕੀ ਹੈ ਵੀ ਉਹਨਾਂ ਕਾਨੂੰਨਾਂ ਨੂੰ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ ਸੀ ਤੇ ਸਰਕਾਰ ਨੂੰ ਕੋਈ ਵੀ ਜ਼ਮੀਨ ਦੇਣ ਤੋਂ ਮਨਾ ਨਹੀਂ ਕਰ ਸਕਦਾ ਸੀ, ਪਰ ਸ਼ਰਤ ਇਹ ਹੈ ਵੀ ਜੋ ਬਾਜ਼ਾਰੀ ਰੇਟ ਆ ਉਹ ਸਰਕਾਰ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਦੇਵੇਗੀ। ਇਹ ਸੀ ਅਮੈਂਡਮੈਂਟ ਫਸਟ। ਇਹਦੇ ਵਿੱਚ 9th ਸ਼ਡਿਊਲ ਹੈ ਜਿਹੜਾ ਨਵਾਂ ਸ਼ਡਿਊਲ ਆ ਉਹ ਐਡ ਕੀਤਾ ਗਿਆ। ਇਹ ਲਿਖਿਆਂ ਵਿੱਚੋਂ ਕਿਹੜਾ ਸਹੀ ਢੰਗ ਨਾਲ ਮੇਲ ਨਹੀਂ ਖਾਂਦਾ? ਹਾਂਜੀ, ਆਰਟੀਕਲ 39A ਹੈ ਜਿਹੜਾ ਉਹਦੇ ਵਿੱਚ ਕਿਹਾ ਗਿਆ ਬਰਾਬਰ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ, ਬਿਲਕੁਲ ਸਹੀ ਕਿਹਾ ਗਿਆ ਜੀ। ਆਰਟੀਕਲ 40 ਹੈ, ਇਹਨੂੰ ਗ੍ਰਾਮ ਪੰਚਾਇਤ ਦਾ ਗਠਨ, ਠੀਕ ਹੈ ਜੀ। ਇਹਨੂੰ ਆਪਾਂ ਆਰਟੀਕਲ 40 ਨੂੰ ਆਪਾਂ ਗਾਂਧੀ ਵਿਚਾਰਧਾਰਾ ਵੀ ਕਹਿ ਸਕਦੇ ਹਾਂ। ਤੇ ਆਰਟੀਕਲ 44 ਦੇ ਵਿੱਚ ਕਹਿੰਦੇ ਸਿਵਲ ਕੋਡ ਦੀ ਗੱਲ ਕੀਤੀ ਗਈ ਹੈ, ਯੂਨੀਫਾਰਮ ਸਿਵਲ ਕੋਡ ਦੀ, ਇਹ ਵੀ ਬਿਲਕੁਲ ਸਹੀ ਹੈ ਜੀ। ਆਰਟੀਕਲ 48 ਕਹਿੰਦਾ ਹੈ ਕਾਰਜਪਾਲਿਕਾ ਤੋਂ ਨਿਆਂਪਾਲਿਕਾ ਦਾ ਵੱਖ ਹੋਣਾ, ਇਹ ਗਲਤ ਹੋ ਗਿਆ ਜੀ। ਇਹ ਆਰਟੀਕਲ 50 ਦੇ ਵਿੱਚ ਕਿਹਾ ਗਿਆ। ਆਪਣਾ ਰਾਈਟ ਆਂਸਰ ਬਣ ਜੂਗਾ ਜੀ ਡੀ। ਦਲ ਬਦਲੀ ਵਿਰੋਧੀ ਕਾਨੂੰਨ ਕਿਸ ਸੰਵਿਧਾਨਿਕ ਸੋਧ ਐਕਟ ਵਿੱਚ ਬਣਾਇਆ ਗਿਆ ਹੈ? ਹਾਂਜੀ, ਇਹ 52ਵਾਂ ਜਿਹੜੇ ਸੰਵਿਧਾਨਿਕ ਸੋਧ ਹੋਈ ਸੀਗੀ 1985 ਦੇ ਵਿੱਚ, ਉਹਦੇ ਵਿੱਚ ਇਹ ਦਲ ਬਦਲੂ ਵਿਰੋਧੀ ਕਾਨੂੰਨ ਜਿਹੜਾ ਬਣਾਇਆ ਗਿਆ ਸੀ ਤੇ ਇਹ 1985 ਵਿੱਚ ਪਾਸ ਹੋਇਆ ਸੀ ਤੇ ਇਹਦੇ ਲਈ 10ਵਾਂ ਜਿਹੜਾ ਸ਼ਡਿਊਲ ਆ ਉਹ ਐਡ ਕੀਤਾ ਗਿਆ ਸੀ। ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਉਦਯੋਗ ਦੇ ਪ੍ਰਬੰਧਨ ਦੇ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ ਦੀ ਵਿਵਸਥਾ ਕੀਤੀ ਗਈ ਹੈ? ਹਾਂਜੀ, ਇਹ ਵੀ ਇੱਕ ਗਾਂਧੀਅਨ ਵਿਚਾਰਧਾਰਾ ਹੈ। ਗਾਂਧੀ ਜੀ ਚਾਹੁੰਦੇ ਸੀ ਵੀ ਇੰਡਸਟਰੀ ਦੇ ਵਿੱਚ ਕੁਟੀਰ ਇੰਡਸਟਰੀ ਲੱਗੇ ਵੱਧ ਤੋਂ ਵੱਧ, ਜਿਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਉਹਨਾਂ ਮਜ਼ਦੂਰਾਂ ਨੂੰ ਉਦਯੋਗਾਂ ਦੇ ਪ੍ਰਬੰਧ ਦਾ ਵੀ ਹਿੱਸਾ ਬਣਾਇਆ ਜਾਵੇ। ਇਹ ਸੀ ਜੀ ਇਹਦਾ ਰਾਈਟ ਆਂਸਰ ਹੈ ਜੀ ਬੀ ਆਪਸ਼ਨ, ਆਰਟੀਕਲ 43A। ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਿਕਰ ਕੀਤਾ ਗਿਆ ਹੈ। ਹਾਂਜੀ, ਅੰਤਰਰਾਸ਼ਟਰੀ ਸ਼ਾਂਤੀ ਦੇ ਲਈ ਇਹ ਵੀ ਰਾਜਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਇਹਦਾ ਗੱਲ ਕੀਤੀ ਗਈ ਹੈ, ਆਰਟੀਕਲ 51 ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨਿਕ ਸੋਧ ਵਸਤੂਆਂ ਤੇ ਸੇਵਾਵਾਂ ਤੇ GST ਨਾਲ ਸੰਬੰਧਿਤ ਹੈ, ਟੈਕਸ ਨਾਲ ਸੰਬੰਧਿਤ ਹੈ ਜੀ? ਹਾਂਜੀ, ਇਹ ਜਿਹੜਾ 1 ਜੁਲਾਈ 2017 ਤੋਂ GST ਇੰਪਲੀਮੈਂਟ ਹੋਇਆ ਸੀਗਾ ਜੀ ਤੇ ਇਹ 101ਵਾਂ ਸੰਵਿਧਾਨਿਕ ਸੰਸ਼ੋਧਨ ਬਿੱਲ ਸੀਗਾ ਜਿਹੜਾ ਐਕਟ ਬਣ ਗਿਆ ਸੀ 2016 ਦੇ ਵਿੱਚ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਹੇਠ ਲਿਖੇ ਜਿਹੜੇ ਆਰਟੀਕਲ ਵਿੱਚੋਂ ਕਿਹੜਾ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੇ ਲਈ ਪ੍ਰਚਾਰ ਕਰਦਾ ਹੈ? ਇਹ ਹੈ ਜੀ ਇਹਦਾ ਆਪਸ਼ਨ ਰਾਈਟ ਏ, ਜਿਹੜਾ ਹੈਗਾ ਜੀ 51 ਆਰਟੀਕਲ ਉਹ ਇਹਦੇ ਨਾਲ ਸੰਬੰਧਿਤ ਹੈ। ਤੇ 43A ਬਾਰੇ ਆਪਾਂ ਪੜ੍ਹ ਕੇ ਗਏ ਹਾਂ। ਇਹ ਭਾਗੀਦਾਰੀ ਦੀ ਗੱਲ ਕਰਦਾ ਹੈ, ਮਜ਼ਦੂਰਾਂ ਨੂੰ ਜਿਹੜਾ ਹੈ ਇੰਡਸਟਰੀ ਦੀ ਮੈਨੇਜਮੈਂਟ ਦੇ ਵਿੱਚ ਹਿੱਸਾ ਦਿੱਤਾ ਜਾਵੇ। ਹੇਠ ਭਾਗ 4 ਦੇ ਵਿੱਚ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸੂਚੀਬੱਧ ਹੈ? ਹਾਂਜੀ, ਦੱਸਣਾ ਹੈ ਵੀ ਇਹਨਾਂ ਵਿੱਚੋਂ ਕਿਹੜੇ ਕਿਹੜੇ ਹੈਗੇ ਜਿਹੜੇ ਕਿ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਆਉਂਦੇ ਆ। ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ, ਹਾਂਜੀ ਇਹ ਵੀ ਆਉਂਦਾ ਜੀ ਆਪਣੇ ਕੋਲ। ਯੂਨੀਫਾਰਮ ਸਿਵਲ ਕੋਡ ਵੀ ਆਉਂਦਾ ਜੀ। ਛੋਟੇ ਪਰਿਵਾਰ ਦੇ ਆਦਰਸ਼, ਇਹ ਨਹੀਂ ਆਉਂਦਾ ਜੀ। 3 ਨੂੰ ਐਲੀਮੀਨੇਟ ਕਰ ਦਿਆਂਗੇ ਆਪਾਂ, ਇਹ ਵੀ ਐਲੀਮੀਨੇਟ ਹੋ ਗਿਆ, ਇਹ ਵੀ ਐਲੀਮੀਨੇਟ ਹੋ ਗਿਆ, ਇਹ ਵੀ ਐਲੀਮੀਨੇਟ ਹੋ ਗਿਆ। ਰਾਈਟ ਆਂਸਰ ਹੋ ਗਿਆ ਜੀ ਆਪਣਾ ਬੀ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਠੀਕ ਹੈ ਜੀ। ਤੇ ਇੱਕ ਯੂਨੀਫਾਰਮ ਸਿਵਲ ਕੋਡ। ਯੂਨੀਫਾਰਮ ਸਿਵਲ ਕੋਡ ਆਰਟੀਕਲ 44 ਦੇ ਵਿੱਚ ਗੱਲ ਕੀਤੀ ਗਈ ਹੈ ਤੇ ਇਹਦੀ ਜਿਹੜੀ ਗੱਲ 39 ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਉਹਦੇ ਵਿੱਚ ਚਾਹੇ ਪੁਰਸ਼ ਹੋਵੇ ਚਾਹੇ ਮਹਿਲਾ ਹੋਵੇ, ਜੇ ਕੰਮ ਬਰਾਬਰ ਕਰ ਰਿਹਾ ਤਾਂ ਤਨਖਾਹ ਵੀ ਬਰਾਬਰ ਮਿਲਣੀ ਚਾਹੀਦੀ ਹੈ। ਕਿਹੜੇ ਸੰਵਿਧਾਨਿਕ ਐਕਟ ਨੇ ਮੁੱਢਲੀ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ? ਹਾਂਜੀ, ਇਹ ਐਕਟ ਸੀਗਾ ਜੀ 86ਵੀਂ ਸੋਧ ਹੋਈ ਸੀ ਸੰਵਿਧਾਨਿਕ ਸੋਧ 2002 ਦੇ ਵਿੱਚ, ਠੀਕ ਹੈ ਜੀ। CAA ਜਿਹੜਾ ਲੱਗਿਆ ਹੋਇਆ ਇਹਦਾ ਮਤਲਬ ਹੈ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ, ਠੀਕ ਹੈ। ਇਹਨੂੰ ਸੰਵਿਧਾਨਿਕ ਸੋਧ ਕਾਨੂੰਨ ਕਹਿ ਸਕਦੇ ਹਾਂ ਆਪਾਂ। 86ਵਾਂ ਸੰਵਿਧਾਨਿਕ ਸੋਧ ਕਾਨੂੰਨ 2002 ਦੇ ਵਿੱਚ ਆਇਆ ਸੀਗਾ, ਜਿਹਦੇ ਵਿੱਚ ਕੀ ਹੋਇਆ ਸੀਗਾ ਵੀ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ ਤੇ ਫੰਡਾਮੈਂਟਲ ਰਾਈਟਸ ਦੇ ਵਿੱਚ ਇੱਕ ਆਰਟੀਕਲ 21A ਜੋੜ ਦਿੱਤਾ ਗਿਆ ਸੀ। ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਰਾਜ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੀ ਸਥਾਪਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ? ਹਾਂਜੀ, ਇਹ ਪੰਚਾਇਤੀ ਰਾਜ ਗਠਨ, ਇਹਨੂੰ ਵੀ ਆਪਾਂ ਇੱਕ ਗਾਂਧੀਵਾਦੀ ਵਿਚਾਰਧਾਰਾ ਕਹਾਂਗੇ। ਇਹ ਰਾਜਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਗੱਲ ਕੀਤੀ ਗਈ ਹੈ। ਆਰਟੀਕਲ 40 ਦੇ ਤਹਿਤ ਕਿਹਾ ਗਿਆ ਸੀ ਪੰਚਾਇਤਾਂ ਦੇ ਗਠਨ ਦੀ ਗੱਲ ਕੀਤੀ ਗਈ ਹੈ। ਕਿਸ ਕੇਸ ਵਿੱਚ ਸੁਪਰੀਮ ਕੋਰਟ ਨੇ ਰਾਜਨੀਤੀ ਤੇ ਨਿਰਦੇਸ਼ਕ ਸਿਧਾਂਤਾਂ ਉੱਤੇ ਮੌਲਿਕ ਅਧਿਕਾਰਾਂ ਦੀ ਪ੍ਰਮੁੱਖਤਾ ਨੂੰ ਬਹਾਲ ਕੀਤਾ ਹੈ? ਹਾਂਜੀ, ਇਹਦੇ ਵਿੱਚ ਜਿਹੜਾ ਕੇਸ ਸੀਗਾ ਉਹ ਸੀ ਗੋਲਕਨਾਥ ਕੇਸ। ਗੋਲਕਨਾਥ ਕੇਸ ਵਿੱਚ ਕਿਹਾ ਗਿਆ ਸੀ ਜੇਕਰ ਸਰਕਾਰ DPSP ਨੂੰ ਲਾਗੂ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਮੌਲਿਕ ਅਧਿਕਾਰਾਂ ਦੇ ਵਿੱਚ ਕੋਈ ਸੋਧ ਅਮੈਂਡਮੈਂਟ ਕਰਨ ਦੀ ਲੋੜ ਨਹੀਂ, ਠੀਕ ਹੈ ਜੀ। ਇਹ ਗੋਲਕਨਾਥ ਕੇਸ ਹੈ। ਇੱਕ ਸੋਧ ਹੋਈ ਸੀ 42ਵੀਂ, ਉਹਦੇ ਵਿੱਚ ਕੀ ਕੀਤਾ ਗਿਆ ਸੀ? ਉਹਦੇ ਵਿੱਚ
ਜਿਹੜੇ ਡੀਪੀਐਸਪੀ ਆ ਉਹਨੂੰ ਪ੍ਰਮੁੱਖਤਾ ਦਿੱਤੀ ਗਈ ਸੀ ਮੌਲਿਕ ਅਧਿਕਾਰਾਂ ਦੇ ਉੱਪਰ। ਇਹ ਵੀ ਯਾਦ ਰੱਖਣਾ, ਧਿਆਨ ਰੱਖਣਾ ਹੈ। ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਸਿਧਾਂਤ ਸੁਪਰੀਮ ਕੋਰਟ ਨੇ ਕਿਸ ਕੇਸ ਦੇ ਵਿੱਚ ਪੇਸ਼ ਕੀਤਾ, ਇਹ ਦੱਸਣਾ ਆਪਾਂ ਜੀ। ਫੰਡਾਮੈਂਟਲ ਸਟਰਕਚਰ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚ ਜਜਮੈਂਟ ਦਿੱਤੀ ਸੀ ਸੁਪਰੀਮ ਕੋਰਟ ਨੇ ਕਿ ਜਿਹੜੀ ਪਾਰਲੀਮੈਂਟ ਕੈਨ ਅਮੈਂਡ ਦੀ ਕਨਸਟੀਟਿਊਸ਼ਨ, ਕੈਨ ਅਮੈਂਡ ਦੀ ਪ੍ਰੈਂਬਲ ਨੂੰ ਸੋਚ ਸਕਦੀ ਹੈ, ਬਟ ਪਾਰਲੀਮੈਂਟ ਕਾਂਟ ਅਮੈਂਡ ਦੀ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ। ਜਿਹੜਾ ਸੰਵਿਧਾਨ ਹੈ ਉਹਦਾ ਮੂਲ ਢਾਂਚਾ ਉਹਦੇ ਵਿੱਚ ਤਬਦੀਲੀ ਨਹੀਂ ਕਰ ਸਕਦੀ। ਇਹ ਗੱਲ ਕਹੀ ਸੀ ਜੀ ਕੇਸ਼ਵਾਨੰਦ ਭਾਰਤੀ ਕੇਸ ਵਿੱਚ 1973 ਦੇ ਵਿੱਚ। ਇਹਦੇ ਵਿੱਚ ਇੱਕ ਜਜਮੈਂਟ ਹੋਰ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਪ੍ਰੈਂਬਲ ਇਜ਼ ਅ ਪਾਰਟ ਆਫ ਕਨਸਟੀਟਿਊਸ਼ਨ। ਜਿਹੜਾ ਪ੍ਰੈਂਬਲ ਹੈ, ਪ੍ਰਸਤਾਵਨਾ ਹੈ, ਉਹ ਸੰਵਿਧਾਨ ਦਾ ਭਾਗ ਹੈ ਐਂਡ ਇਟ ਕੈਨ ਬੀ ਅਮੈਂਡਡ, ਅਤੇ ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਹੈ। ਸੰਵਿਧਾਨ ਨੂੰ ਤਿੰਨ ਤਰੀਕਿਆਂ ਨਾਲ ਸੋਧਿਆ ਜਾ ਸਕਦਾ ਹੈ: ਸੰਸਦ ਦੇ ਸਧਾਰਨ ਬਹੁਮਤ ਦੁਆਰਾ, ਸੰਸਦ ਦੇ ਵਿਸ਼ੇਸ਼ ਬਹੁਮਤ ਦੁਆਰਾ, ਤੇ ਸੰਸਦ ਦੇ ਵਿਸ਼ੇਸ਼ ਬਹੁਮਤ ਦੁਆਰਾ ਅਤੇ ਰਾਜਾਂ ਦੇ ਅੱਧੇ ਵਿਧਾਨ ਸਭਾ ਦੀਆਂ ਪ੍ਰਵਾਨਗੀ ਦੁਆਰਾ। ਉਪਰੋਕਤ ਵਿੱਚੋਂ ਕਿਹੜੀਆਂ ਸੋਧ ਧਾਰਾ 368 ਦੇ ਅਧੀਨ ਆਉਂਦੀਆਂ ਹਨ? ਹਾਂਜੀ, ਜਿਹੜਾ ਆਪਾਂ ਪੜ੍ਹਿਆ ਸੀ ਇਹਦੇ ਬਾਰੇ ਵੀ ਸੰਸਦ ਦਾ ਜਿਹੜਾ ਸਧਾਰਨ ਬਹੁਮਤ ਦੁਆਰਾ ਜਿਹੜਾ ਸੋਧਦੀ ਹੈ ਬਿੱਲ, ਉਹ 368 ਦੇ ਵਿੱਚ ਨਹੀਂ ਹੁੰਦਾ, ਜਾਣੀ ਕਿ ਇੱਕ ਨਹੀਂ ਹੁੰਦਾ। ਇੱਕ ਨੂੰ ਖਤਮ ਕਰਾਂਗੇ ਤਾਂ ਆ ਵੀ ਖਤਮ ਹੋ ਗਿਆ, ਆਪਸ਼ਨ ਬੀ ਵੀ ਐਲੀਮੀਨੇਟ ਹੋ ਗਈ, ਡੀ ਵੀ ਐਲੀਮੀਨੇਟ ਹੋ ਗਈ, ਰਾਈਟ ਆਨਸਰ ਹੋ ਗਿਆ ਆਪਣੇ ਕੋਲ ਸੀ। ਇਹਦਾ ਮਤਲਬ ਵਿਸ਼ੇਸ਼ ਬਹੁਮਤ ਨਾਲ 368 ਦੇ ਤਹਿਤ ਆਪਾਂ ਸੰਵਿਧਾਨ ਵਿੱਚ ਸੋਧ ਕਰ ਸਕਦੇ ਹਾਂ, ਜਾਂ ਫਿਰ ਵਿਸ਼ੇਸ਼ ਬਹੁਮਤ ਅਤੇ ਅੱਧੇ ਤੋਂ ਵੱਧ ਰਾਜਾਂ ਦੀਆਂ ਵਿਧਾਨ ਸਭਾ ਦੀ ਪ੍ਰਵਾਨਗੀ ਨਾਲ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਹੀਂ ਹੈ? ਹਾਂਜੀ, ਪੋਸ਼ਣ ਦੇ ਪੱਧਰ ਵਧਾਉਣ ਦੀ ਇਹ ਗੱਲ ਕੀਤੀ ਗਈ ਹੈ, ਇਹ ਵੀ ਸਹੀ ਹੈ ਜੀ। ਇਹ ਵੀ ਹੈਗਾ ਆਪਣਾ ਕਮਜ਼ੋਰ ਵਰਗ ਦੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨਾ, ਇਹ ਵੀ ਹੈਗਾ ਜੀ ਆਪਣੇ ਕੋਲ। ਠੀਕ ਹੈ ਜੀ, ਇਹ ਆਰਟੀਕਲ 46 ਦੇ ਵਿੱਚ ਗੱਲ ਕਹੀ ਗਈ ਹੈ। ਨਿਆਂਪਾਲਕਾਂ ਨੂੰ ਕਾਰਜਪਾਲਕਾਂ ਤੋਂ ਅਲੱਗ ਕਰਨਾ, ਆਰਟੀਕਲ 50 ਦੇ ਵਿੱਚ ਗੱਲ ਕਹੀ ਗਈ ਹੈ। ਪੋਸ਼ਣ ਦੇ ਪੱਧਰ ਵਿੱਚ ਸੁਧਾਰ ਕਰਨਾ, ਆਰਟੀਕਲ 70 ਦੇ ਵਿੱਚ ਕਹੀ ਗਈ ਹੈ ਇਹ। ਤੇ ਵਿਗਿਆਨਿਕ ਸੁਭਾਅ ਦਾ ਵਿਕਾਸ ਕਰਨਾ, ਇਹ ਅਸਲ ਦੇ ਵਿੱਚ ਆਪਣਾ ਫੰਡਾਮੈਂਟਲ ਡਿਊਟੀ ਹੈ। ਇਹਦਾ ਰਾਈਟ ਆਨਸਰ ਬਣ ਜਾਏਗਾ ਬੀ। ਭਾਰਤ ਦੇ ਸੰਵਿਧਾਨ ਦੇ ਤਹਿਤ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਬੁਨਿਆਦੀ ਫਰਜ਼ ਨਹੀਂ ਹੈ? ਫੰਡਾਮੈਂਟਲ ਡਿਊਟੀਜ਼ ਨਹੀਂ ਹੈ, ਇਹ ਦੱਸਣਾ ਜੀ ਆਪਣਾ। ਵਿਗਿਆਨਿਕ ਸੁਭਾਅ ਦਾ ਵਿਕਾਸ ਕਰਨਾ, ਇਹ ਵੀ ਹੈ ਜੀ ਆਪਣੇ ਲਈ। ਜਨਤਕ ਜਾਇਦਾਦ, ਸਰਕਾਰੀ ਪ੍ਰਾਪਰਟੀ ਦੀ ਰੱਖਿਆ ਕਰਨਾ, ਇਹ ਵੀ ਆਪਣਾ ਮੌਲਿਕ ਫਰਜ਼ ਬਣਦਾ ਜੀ। ਸੰਵਿਧਾਨ ਦੀ ਪਾਲਣਾ ਕਰਨੀ ਤੇ ਉਹਦੇ ਆਦਰਸ਼ ਦੀ ਸਤਿਕਾਰ ਕਰਨਾ, ਇਹ ਵੀ ਆਪਣਾ ਫੰਡਾਮੈਂਟਲ ਡਿਊਟੀ ਬਣਦੀ ਹੈ। ਚੋਣਾਂ ਵਿੱਚ ਵੋਟ ਪਾਉਣਾ, ਇਹ ਆਪਣਾ ਜੀ ਪੋਲੀਟੀਕਲ ਰਾਈਟ ਹੈ। ਸੰਵਿਧਾਨ ਵਿੱਚ ਸੂਚੀਬੱਧ ਬੁਨਿਆਦੀ ਕਰਤੱਵਾਂ ਦੇ ਵਿੱਚੋਂ ਕਿਹੜੇ ਹੇਠ ਲਿਖੇ ਹਨ? ਹਾਂਜੀ, ਗੱਲ ਕਰਨੀ ਹੈ ਬੁਨਿਆਦੀ ਕਰਤੱਵਾਂ ਦੀ। ਸੰਵਿਧਾਨ ਦੀ ਸਾਡੇ ਸਾਂਝੇ ਸੱਭਿਆਚਾਰ ਦੀ ਵਿਰਾਸਤ ਨੂੰ ਸੰਭਾਲਣਾ, ਇਹ ਵੀ ਆਪਣੀ ਫੰਡਾਮੈਂਟਲ ਡਿਊਟੀ ਹੈ ਜੀ। ਸੰਵਿਧਾਨ ਦੀ ਪਾਲਣਾ ਕਰਨਾ, ਇਹ ਵੀ ਆਪਣੀ ਹੈਗੀ ਹੈ ਜੀ। ਜਦੋਂ ਕਿਹਾ ਜਾਵੇ ਦੇਸ਼ ਦੀ ਸੇਵਾ ਕਰਨਾ, ਇਹ ਵੀ ਆਪਣੀ ਹੈਗੀ ਹੈ ਜੀ। ਪਰ ਕੋਈ ਅੰਤਰਰਾਸ਼ਟਰੀ ਪ੍ਰਸਿੱਧੀ ਜਿੱਤਣ ਦੇ ਲਈ ਵਿਗਿਆਨਕ ਖੋਜ ਵਿੱਚ ਉੱਤਮਤਾ ਦੀ ਕੋਸ਼ਿਸ਼ ਕਰਨਾ, ਠੀਕ ਹੈ ਜੀ, ਅੰਤਰਰਾਸ਼ਟਰੀ ਪ੍ਰਸਿੱਧੀ ਲਈ ਇਹ ਅਜਿਹਾ ਕੁਝ ਨਹੀਂ ਕਿਹਾ ਗਿਆ। ਸਿਰਫ ਇੰਨਾ ਕਿਹਾ ਗਿਆ ਵੀ ਆਪਣਾ ਦ੍ਰਿਸ਼ਟੀਕੋਣ ਹੈ, ਜਿਹੜੀ ਅਪਰੋਚ ਆ ਉਹ ਸਾਇੰਟੀਫਿਕ ਹੋਣੀ ਚਾਹੀਦੀ ਹੈ। ਠੀਕ ਹੈ, ਕੋਈ ਪ੍ਰਸਿੱਧੀ ਜਿੱਤਣ ਦੀ ਕੋਈ ਗੱਲ ਨਹੀਂ ਕਹੀ ਗਈ। ਹਾਂਜੀ, ਫਿਰ 3 ਨੂੰ ਐਲੀਮੀਨੇਟ ਕਰਾਂਗੇ, ਆ ਵੀ ਐਲੀਮੀਨੇਟ ਹੋ ਗਿਆ ਜੀ। ਆਪਸ਼ਨ ਨੰਬਰ ਡੀ ਵੀ ਐਲੀਮੀਨੇਟ ਹੋ ਗਈ, ਤੇ ਆਪਣੇ ਕੋਲ ਰਹਿ ਗਈਆਂ ਬੀ ਤੇ ਸੀ, ਤੇ ਆਪਣਾ ਜਿਹੜਾ ਹੈਗਾ 1, 2 ਤੇ 4 ਠੀਕ ਹੈ, ਤੇ ਰਾਈਟ ਆਨਸਰ ਸੀ ਹੈ ਜੀ ਆਪਣਾ। ਭਾਰਤੀ ਸੰਵਿਧਾਨ ਦੇ ਵਿੱਚ ਹੇਠ ਲਿਖੀਆਂ ਸੋਧਾਂ ਵਿੱਚੋਂ ਕਿਹੜੀ ਸੋਧ ਪੰਚਾਇਤੀ ਰਾਜ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕਰਦੀ ਹੈ ਜੀ? ਹਾਂਜੀ, ਇਹ 2 ਸੋਧਾਂ ਬਹੁਤ ਮਸ਼ਹੂਰ ਹੈ ਜੀ। ਇੱਕ ਸੰਵਿਧਾਨਿਕ ਸੋਧ 73ਵੀਂ ਹੈ ਜੀ, ਤੇ ਇੱਕ 74ਵੀਂ। ਇਹ 73ਵੀਂ ਸੋਧ ਨਾਲ ਸੰਬੰਧਿਤ ਹੈ ਜੀ। ਭਾਰਤੀ ਸੰਘ ਵਿੱਚ ਸ਼ਾਮਲ ਹੈ, ਠੀਕ ਹੈ ਜੀ। ਇਹਦੇ ਵਿੱਚ ਓਨਲੀ ਸਟੇਟ ਰਾਜ ਸ਼ਾਮਲ ਹੈ ਜੀ। ਇਹਦਾ ਆਨਸਰ ਹੋਏਗਾ ਜੀ ਇਹ ਸਿਰਫ 1, ਕਿਉਂਕਿ ਕਿਹਾ ਗਿਆ ਆਰਟੀਕਲ 1 ਦੇ ਵਿੱਚ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟ, ਯੂਨੀਅਨ ਆਫ ਸਟੇਟ ਦੀ ਗੱਲ ਕੀਤੀ ਗਈ ਹੈ ਜੀ। ਠੀਕ ਹੈ ਜੀ, ਤੇ ਫਿਰ ਕੀ ਸ਼ਾਮਲ ਹੋਣਗੇ ਜੀ? ਓਨਲੀ ਸਟੇਟ। ਅਨੁਛੇਦ 368 ਸੰਵਿਧਾਨ ਦੀ ਸੋਧ ਦੀ ਪ੍ਰਕਿਰਿਆ ਭਾਰਤੀ ਸੰਵਿਧਾਨ ਦੇ ਕਿਸ ਹਿੱਸੇ ਵਿੱਚ ਦਰਜ ਹੈ ਜੀ? ਇਹ ਭਾਗ 20 ਦੇ ਵਿੱਚ ਦਰਜ ਹੈ ਜੀ। ਇਹ ਆਪਾਂ ਆਰਟੀਕਲ 368 ਦੇ ਤਹਿਤ ਸੰਵਿਧਾਨ ਵਿੱਚ ਸੋਧ ਕਰ ਸਕਦੇ ਹਾਂ। ਇਹ ਸੰਵਿਧਾਨਿਕ ਸੋਧ ਆਪਾਂ ਸਾਊਥ ਅਫਰੀਕਾ ਦੇ ਸੰਵਿਧਾਨ ਤੋਂ ਇਹ ਆਪਾਂ ਉਧਾਰ ਲਿੱਤੀ ਹੈ। ਸੰਵਿਧਾਨ ਵਿੱਚ ਸੋਧ ਦੀ ਸ਼ੁਰੂਆਤ ਸਿਰਫ ਵਿੱਚ ਕੀਤੀ ਜਾ ਸਕਦੀ। ਦੱਸਣਾ ਕਿੱਥੇ ਸ਼ੁਰੂ ਕਰ ਸਕਦੇ ਹਾਂ? ਸੰਵਿਧਾਨ ਵਿੱਚ ਸੋਧ ਕਰਨੀ ਚਾਹੁੰਦੇ ਹਾਂ ਤੇ ਇਹ ਆਪਾਂ ਰਾਜ ਸਭਾ ਤੇ ਲੋਕ ਸਭਾ ਕਿਸੇ ਵਿੱਚ ਵੀ ਇਹਨੂੰ ਸ਼ੁਰੂ ਕਰ ਸਕਦੇ ਹਾਂ, ਪਾਰਲੀਮੈਂਟ ਵਿੱਚ ਸ਼ੁਰੂ ਕਰ ਸਕਦੇ ਹਾਂ। 42ਵੀਂ ਸੋਧ ਐਕਟ 1976 ਦੁਆਰਾ ਸੰਵਿਧਾਨ ਵਿੱਚ ਬੁਨਿਆਦੀ ਕਰਤੱਵਾਂ ਨੂੰ ਹੇਠ ਲਿਖੀਆਂ ਸਿਫਾਰਸ਼ਾਂ ਦੇ ਨਾਲ ਜੋੜਿਆ ਗਿਆ। ਜਿਹੜੇ ਫੰਡਾਮੈਂਟਲ ਡਿਊਟੀਜ਼ ਆਪਣੇ 52A ਦੇ ਵਿੱਚ ਆਰਟੀਕਲ 'ਚ ਐਡ ਹੈ 11 ਇਹ, ਉਹ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਦੇ ਵਿੱਚ ਤਹਿਤ ਜੋੜੇ ਗਏ ਸੀ। ਮਨਰੇਗਾ ਸਕੀਮ ਹੈ ਜਿਹੜੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚੋਂ ਇਹ ਲਾਗੂ ਕੀਤੀ ਗਈ ਹੈ ਜੀ? ਇਹ ਆਰਟੀਕਲ 43 ਹੈ। ਇਹਨੂੰ ਆਪਾਂ ਗਾਂਧੀਅਨ ਵਿਚਾਰਧਾਰਾ ਵੀ ਕਹਿ ਸਕਦੇ ਹਾਂ। ਹਾਂਜੀ, ਆਰਟੀਕਲ 40 ਯਾਦ ਰੱਖ ਲੈਣਾ, ਇਹ ਵੀ ਗਾਂਧੀਅਨ, ਜਿਹਦੇ ਵਿੱਚ ਪੰਚਾਇਤ ਗਠਨ ਦੀ ਗੱਲ ਕੀਤੀ ਗਈ ਹੈ। ਆਰਟੀਕਲ 43 ਦੀ ਇਹ ਵੀ ਗਾਂਧੀਅਨ ਵਿਚਾਰਧਾਰਾ ਨਾਲ ਸੰਬੰਧਿਤ ਹੈ। ਇਸ ਤੋਂ ਬਿਨਾਂ ਆਰਟੀਕਲ 48, ਠੀਕ ਹੈ ਜੀ, 48 ਹੈ ਜਿਹੜਾ, ਇਹ ਵੀ ਗਾਂਧੀਅਨ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ। ਇੱਕ 48A ਹੈ ਜਿਸ 'ਚ ਵਾਤਾਵਰਨ ਦੀ ਸਾਂਭ ਸੰਭਾਲ ਦੀ ਗੱਲ ਕੀਤੀ ਗਈ ਹੈ। 40 ਦੇ ਵਿੱਚ ਖੇਤੀਬਾੜੀ ਹੋ ਗਿਆ ਜੀ, ਪਸ਼ੂ ਪਾਲਣ ਹੋ ਗਿਆ, ਇਹ ਸਾਰੀਆਂ ਚੀਜ਼ਾਂ ਆਰਟੀਕਲ 48 ਦੇ ਤਹਿਤ ਹੁੰਦੀਆਂ ਜੀ। ਤੇ ਇੱਕ 48 ਦੇ ਵਿੱਚ ਆਪਣੇ ਗਊ ਹੱਤਿਆ ਦਾ ਵਿਰੋਧ, ਇਹ ਵੀ ਇਸੇ 48 ਆਰਟੀਕਲ ਦੇ ਤਹਿਤ ਵਿੱਚ ਆਉਂਦਾ ਜੀ। ਇਹਨਾਂ ਸਾਰਿਆਂ ਨੂੰ ਆਪਾਂ ਗਾਂਧੀਅਨ ਜਿਹੜੀ ਹੈਗੀ ਹੈ ਸਿਧਾਂਤ ਕਹਿ ਸਕਦੇ।
ਸੰਵਿਧਾਨਿਕ ਸੋਧ ਬਿੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਗਲਤ ਹੈ, ਇਹ ਦੱਸਣਾ ਜੀ। ਇਹ ਕਿਸੇ ਵੀ ਮੰਤਰੀ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ, ਹਾਂਜੀ ਕੀਤਾ ਜਾ ਸਕਦਾ ਹੈ। ਪ੍ਰਾਈਵੇਟ ਮੈਂਬਰ ਦੁਆਰਾ ਵੀ ਪੇਸ਼ ਕੀਤਾ ਜਾ ਸਕਦਾ, ਇਹ ਵੀ ਠੀਕ ਹੈ। ਰਾਸ਼ਟਰਪਤੀ ਤੋਂ ਅਗਾਊਂ ਜ਼ਮਾਨਤ ਦੀ ਲੋੜ ਨਹੀਂ ਪੈਂਦੀ, ਇਹ ਵੀ ਬਿਲਕੁਲ ਠੀਕ ਹੈ। ਦੋਵਾਂ ਸਦਨਾਂ ਦੀ ਸਾਂਝੀ ਬੈਠਕ ਆਯੋਜਿਤ ਹੁੰਦੀ ਹੈ ਜੇ ਅਸਹਿਮਤੀ ਹੋ ਜੇ। ਅਜਿਹੀ ਕੋਈ ਪ੍ਰੋਵੀਜ਼ਨ ਹੈ ਨਹੀਂ, ਇਹ ਸਿਰਫ ਆਰਡੀਨਰੀ ਬਿੱਲ ਦੇ ਵਿੱਚ ਹੈ। ਤੇ ਜਿਹੜੀ ਸਾਂਝੀ ਬੈਠਕ ਹੈ ਉਹ ਆਰਟੀਕਲ 108 ਦੇ ਤਹਿਤ ਰਾਸ਼ਟਰਪਤੀ ਬੁਲਾਉਂਦਾ ਤੇ ਇਹਦੀ ਪ੍ਰਧਾਨਗੀ ਹੈ ਲੋਕ ਸਭਾ ਦਾ ਸਪੀਕਰ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤੀ ਦਾ ਨਿਰਦੇਸ਼ਕ ਸਿਧਾਂਤ ਨਹੀਂ ਹੈ? ਹਾਂਜੀ, ਨਸ਼ੀਲੇ ਨਹੀਂ ਹੈ ਪੁੱਛਿਆ ਉਹਨਾਂ ਨੇ। ਨਸ਼ੀਲੇ ਪਦਾਰਥਾਂ ਦੇ ਸੇਵਨ, ਇਹ ਵੀ ਹੈ। ਗਾਵਾਂ ਤੇ ਬੱਚਿਆਂ, ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਜਿਹੜਾ ਸੰਬੰਧਿਤ ਆਰਟੀਕਲ ਹੈ ਉਹ ਆਰਟੀਕਲ ਹੈਗਾ ਜੀ ਆਪਣੇ ਕੋਲ 47 ਤੇ ਗਾਵਾਂ ਤੇ ਬੱਚਿਆਂ ਦੇ ਕਤਲਾਂ ਦੀ ਮਨਾਹੀ ਦੀ ਇਹ ਗੱਲ ਕੀਤੀ ਗਈ ਹੈ ਆਰਟੀਕਲ 8 ਤੇ ਵਾਤਾਵਰਣ ਦੀ ਸੁਰੱਖਿਆ 48A ਦੇ ਵਿੱਚ ਕਹੀ ਗਈ ਹੈ। ਤੇ 16 ਸਾਲ ਨਹੀਂ, ਇੱਥੇ ਕੀ ਹੋਣਾ ਸੀਗਾ 14 ਸਾਲ ਦੇ ਬੱਚਿਆਂ ਦੇ ਲਈ ਮੁਫਤ। ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਡੀ। ਔਰਤਾਂ ਦੇ ਮਰਦਾਂ ਦੇ ਲਈ ਬਰਾਬਰ ਕੰਮ ਦੇ ਲਈ ਇਹ 39 ਆਰਟੀਕਲ ਦੇ ਵਿੱਚ ਕਿਹਾ ਗਿਆ ਜੀ ਇਹ। ਤੇ 39 ਇਹ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਫ੍ਰੀ ਜਿਹੜੀ ਹੈਗੀ ਲੀਗਲ ਅਸਿਸਟੈਂਟ ਹੈ ਜਿਹੜੀ ਕਮਜ਼ੋਰ ਵਰਗ ਦੇ ਲੋਕਾਂ ਨੂੰ ਦਿੱਤੀ ਜਾਏਗੀ, ਕਾਨੂੰਨੀ ਸਹਾਇਤਾ ਦਿੱਤੀ ਜਾਏਗੀ। ਇਹ ਲਿਖਿਆ ਨਿਰਦੇਸ਼ਕ ਸਿਧਾਂਤਾਂ ਵਿੱਚੋਂ ਕਿਹੜਾ ਗਾਂਧੀਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ? ਉਹ ਹੈ ਜੀ ਲਘੂ ਐਂਡ ਕਾਟੇਜ ਇੰਡਸਟਰੀ, ਕੁਟੀਰ ਉਦਯੋਗ ਦਾ ਉਤਸ਼ਾਹਿਤ ਕਰਨਾ, ਆਰਟੀਕਲ 43 ਦੇ ਤਹਿਤ। ਨਿਆਂਪਾਲਕਾਂ ਨੂੰ ਕਾਰਜਪਾਲਿਕਾ ਤੋਂ ਹੁਕਮ ਦਿੱਤਾ ਗਿਆ ਜੀ, ਇਹ DPSP ਦੇ ਵਿੱਚ ਦਿੱਤਾ ਗਿਆ ਹੈ। ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਦਿੱਤਾ ਗਿਆ ਆਰਟੀਕਲ 50 ਦੇ ਤਹਿਤ। ਵੈਰੀ ਵੈਰੀ ਇੰਪੋਰਟੈਂਟ। ਸੰਵਿਧਾਨ ਵਿੱਚ ਹੇਠ ਲਿਖੀਆਂ ਸੋਧਾਂ ਵਿੱਚੋਂ ਕਿਹੜੀ ਇੱਕ ਵੋਟਰਾਂ ਦੀ ਉਮਰ ਘਟਾਉਣ ਨਾਲ ਸੰਬੰਧਿਤ ਹੈ? ਇਹ ਹੈ ਜੀ 61ਵੀਂ ਸੋਧ। ਇਹਦੇ ਵਿੱਚ 21 ਸਾਲ ਤੋਂ ਘਟਾ ਕੇ 18 ਸਾਲ ਜਿਹੜੀ ਏਜ ਆ ਉਹ ਕਰ ਦਿੱਤੀ ਗਈ ਸੀਗੀ। ਹੇਠ ਲਿਖਿਆਂ ਵਿੱਚੋਂ ਕਿਹੜੀ ਸੋਧ ਸਿਰਫ ਸੰਸਦ ਦੇ ਸਧਾਰਨ ਬਹੁਮਤ ਦੀ ਲੋੜ ਪੈਂਦੀ ਹੈ? ਰਾਸ਼ਟਰਪਤੀ ਇਹਨੂੰ ਵਿਸ਼ੇਸ਼ ਬਹੁਮਤ ਚਾਹੀਦਾ ਹੈ। ਸੰਘ ਤੇ ਰਾਜਾਂ ਦੀ ਜੇ ਆਪਾਂ ਐਗਜ਼ੀਕਿਊਟਿਵ ਪਾਵਰ ਚੇਂਜ ਕਰਨੀ ਤਾਂ ਵੀ ਆਪਾਂ ਨੂੰ ਵਿਸ਼ੇਸ਼ ਜਿਹੜਾ ਹੈ ਸੋਧ ਦੀ ਲੋੜ ਪਵੇਗੀ। ਤੇ ਸੰਸਦ ਤੇ ਰਾਜਨੀਤੀ ਦੀ ਇਹਦੇ ਲਈ ਵੀ ਵਿਸ਼ੇਸ਼। ਪਰ ਸਧਾਰਨ ਬਹੁਮਤ ਪੁੱਛਿਆ ਉਹਨਾਂ ਨੇ, ਸਧਾਰਨ ਬਹੁਮਤ ਦੇ ਲਈ ਸਿਰਫ ਆਪਾਂ ਭੱਤੇ ਚੇਂਜ ਕਰਨੇ ਆ ਪ੍ਰਧਾਨ ਦੇ ਜਾਂ ਕੋਈ ਵਿਸ਼ੇਸ਼ ਅਧਿਕਾਰ ਚੇਂਜ ਕਰਨੇ, ਉਹ ਚੇਂਜ ਕਰ ਸਕਦੇ ਹਾਂ ਸਧਾਰਨ ਬਹੁਮਤ ਨਾਲ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਤਹਿਤ ਕਿਸ ਉਮਰ ਤੱਕ ਦੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਪ੍ਰਦਾਨ ਦੀ ਉਮੀਦ ਹੈ? ਇਹ ਹੈ ਜੀ 14 ਸਾਲ ਤੱਕ ਦੇ ਬੱਚੇ ਇਹਨਾਂ ਨੂੰ ਆਪਾਂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੇ ਸਕਦੇ ਹਾਂ। ਆਰਟੀਕਲ ਇਹਦੀ ਗੱਲ ਕੀਤੀ ਗਈ ਹੈ 45 ਦੇ ਵਿੱਚ ਵੀ ਗੱਲ ਕੀਤੀ ਗਈ ਹੈ ਤੇ 21A ਦੇ ਵਿੱਚ ਵੀ ਇਹਦੀ ਗੱਲ ਕੀਤੀ ਗਈ ਹੈ। ਭਾਰਤ ਦੇ ਸੰਵਿਧਾਨ ਦਾ ਅਨੁਛੇਦ ਜੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਾਲ ਸੰਬੰਧਿਤ ਹੈ, ਹਾਂਜੀ ਆਰਟੀਕਲ 36 ਤੋਂ ਲੈ ਕੇ 51 ਤੱਕ ਹੈ। ਇਹ DPSP ਦੇ ਨਾਲ ਸੰਬੰਧਿਤ ਆਰਟੀਕਲ ਸਾਰੇ। ਨੈਕਸਟ ਹੈ ਜੀ ਆਪਣੇ ਕੋਲ ਭਾਰਤ ਦੇ ਸੰਵਿਧਾਨ ਨੇ ਡੈਸ਼ ਦੇ ਸੰਵਿਧਾਨ ਤੋਂ ਬੁਨਿਆਦੀ ਕਰਤੱਵ ਨੂੰ ਅਪਣਾਇਆ ਹੈ। ਦੱਸਣਾ ਵੀ ਕਿਹੜੇ ਦੇਸ਼ ਤੋਂ ਆਪਾਂ ਫੰਡਾਮੈਂਟਲ ਡਿਊਟੀਜ਼ ਲਿੱਤੀਆਂ, ਉਹ ਹੈਗੀਆਂ ਜੀ ਰੂਸ ਤੋਂ, ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਇੱਕ ਆਰਟੀਕਲ 51A ਦੇ ਵਿੱਚ ਇਹਨੂੰ ਐਡ ਕੀਤਾ ਗਿਆ ਤੇ 42ਵੀਂ ਜਿਹੜੀ ਅਮੈਂਡਮੈਂਟ ਹੋਈ ਸੀਗੀ 1976 ਦੇ ਵਿੱਚ, ਉਹਦੇ ਤਹਿਤ ਇਹ ਲਿੱਤਾ ਗਿਆ। ਉਸ ਸਮੇਂ ਮੂਲ ਰੂਪ ਵਿੱਚ 10 ਫੰਡਾਮੈਂਟਲ ਡਿਊਟੀਜ਼ ਸੀਗੀਆਂ, ਬਾਅਦ ਵਿੱਚ 11ਵੀਂ ਜਿਹੜੀ ਹੈਗੀ ਡਿਊਟੀ 2002 ਦੇ ਵਿੱਚ ਐਡ ਕੀਤੀ ਗਈ। 86 ਅਮੈਂਡਮੈਂਟ ਹੋਈ ਸੀ ਇਹਦੇ ਲਈ। ਕਿਹੜਾ ਆਰਟੀਕਲ ਦੇਸ਼ ਵਿੱਚ ਇਕਸਾਰ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ ਦੀ, ਉਹ ਹੈਗਾ ਜੀ ਆਰਟੀਕਲ 44। ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨਾ ਸਭ ਤੋਂ ਵੱਧ ਨਿਰਭਰ ਕਰਦਾ ਹੈ, ਠੀਕ ਹੈ ਜੀ, ਇਹ ਸਰਕਾਰ ਕੋਲ ਉਪਲਬਧ ਸਰੋਤਾਂ 'ਤੇ ਨਿਰਭਰ ਕਰਦਾ ਹੈ ਇਹਨਾਂ ਨੂੰ, ਕਿਉਂਕਿ ਜਿਹੜੇ ਨਿਰਦੇਸ਼ਕ ਸਿਧਾਂਤ ਇਹਨਾਂ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ, ਅਦਾਲਤਾਂ ਇਹਨੂੰ ਲਾਗੂ ਨਹੀਂ ਕਰਾ ਸਕਦੀਆਂ, ਨਾ ਹੀ ਰਾਸ਼ਟਰਪਤੀ ਕੋਲ ਕੋਈ ਪਾਵਰ ਹੈ ਤੇ ਅਦਾਲਤਾਂ ਵਿੱਚ ਹੀ ਚੀਫ ਜਸਟਿਸ ਬੈਠੇ ਹੁੰਦੇ, ਇਹਨਾਂ ਕੋਲ ਵੀ ਕੋਈ ਪਾਵਰ ਨਹੀਂ। ਇਹ ਸਿਰਫ ਸਰਕਾਰ ਦੇ ਕੋਲ ਜਿਹੜੇ ਉਪਲਬਧ ਰਿਸੋਰਸਸ ਹੈ ਉਹਨਾਂ 'ਤੇ ਡਿਪੈਂਡ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਿੱਲ ਭਾਰਤੀ ਸੰਸਦ ਦੇ ਹਰੇਕ ਸਦਨ ਦੁਆਰਾ ਵਿਸ਼ੇਸ਼ ਬਹੁਮਤ ਦੁਆਰਾ ਵੱਖਰੇ ਤੌਰ ਤੇ ਪਾਸ ਕੀਤਾ ਜਾਣਾ ਚਾਹੀਦਾ ਹੈ? ਹਾਂਜੀ, ਉਹ ਬਿੱਲ ਹੈਗਾ ਜੀ ਸੰਵਿਧਾਨਿਕ ਸੋਧ ਬਿੱਲ। ਇਹਦਾ ਰਾਈਟ ਆਨਸਰ ਬਣੇਗਾ ਜੀ ਡੀ। ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਹੇਠ ਲਿਖਿਆਂ ਕਿਸ ਦੇ ਅਧੀਨ ਹੁੰਦੀ ਹੈ? ਇਹ ਵੀ DPSP ਦੇ ਵਿੱਚ ਹੁੰਦੀ ਹੈ ਜੀ ਇਹ, ਠੀਕ ਹੈ ਜੀ। ਇਹ 48 ਹੈ ਜਿਹੜੀ ਆਰਟੀਕਲ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਗਊ ਹੱਤਿਆ ਜਿਹੜਾ ਹੈ ਉਹਦੀ ਮਨਾਹੀ ਕੀਤੀ ਗਈ ਹੈ ਤੇ ਉਹਦੇ ਤਹਿਤ ਹੁੰਦਾ ਜੀ ਇਹ, ਤੇ ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਸੀ। ਕਿਸ ਸੋਧ ਨੇ ਸਾਰੇ ਬੱਚਿਆਂ ਦੇ ਲਈ ਮੁੱਢਲੀ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਹੈ ਤੇ ਇਹ ਕਿਸ ਆਰਟੀਕਲ ਤਹਿਤ ਜੋੜਿਆ ਗਿਆ ਹੈ? ਹਾਂਜੀ, ਇਹ 86ਵੀਂ ਸੋਧ ਹੋਈ ਸੀ ਤੇ 21A ਇਹਦੇ ਲਈ ਆਰਟੀਕਲ ਜੋੜਿਆ ਗਿਆ ਸੀ। ਦੀ ਇੰਡੀਅਨ ਕਨਸਟੀਟਿਊਸ਼ਨ ਫੰਡਾਮੈਂਟਲ ਡਿਊਟੀਜ਼ ਆਰ ਗਿਵਨ ਇਨ ਵਿਚ ਆਰਟੀਕਲ, ਦੱਸਣਾ ਵੀ ਕਿਸ ਆਰਟੀਕਲ ਦੇ ਤਹਿਤ ਦਿੱਤੀਆਂ ਗਈਆਂ ਫੰਡਾਮੈਂਟਲ ਡਿਊਟੀਜ਼, ਉਹ ਦਿੱਤੀਆਂ ਗਈਆਂ ਜੀ। ਇਹਦਾ ਰਾਈਟ ਆਨਸਰ ਹੈ ਜੀ ਆਰਟੀਕਲ 51A ਦੇ ਵਿੱਚ 11 ਫੰਡਾਮੈਂਟਲ ਡਿਊਟੀਜ਼ਾਂ ਨੂੰ ਜੋੜਿਆ ਗਿਆ ਜੀ। ਸੰਵਿਧਾਨ ਦਾ ਕਿਹੜਾ ਹਿੱਸਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਸੰਬੰਧਿਤ ਹੈ ਜੀ? ਉਹ ਹੈ ਜੀ ਭਾਗ 4। ਇਹਦਾ ਰਾਈਟ ਆਨਸਰ ਬਣੇਗਾ ਜੀ ਬੀ। 9ਵੀਂ ਅਨੁਸੂਚੀ ਨੂੰ ਡੈਸ਼ 100 ਦੁਆਰਾ ਜੋੜਿਆ ਗਿਆ, ਇਹ ਹੈ ਜੀ ਪਹਿਲੀ ਅਨੁਸੂਚੀ ਦੇ ਦੁਆਰਾ 9ਵੀਂ ਨੂੰ ਜੋੜਿਆ ਗਿਆ। ਇਹਦੇ ਵਿੱਚ ਲੈਂਡ ਰਿਫਾਰਮਸ ਦੀ ਗੱਲ ਕੀਤੀ ਗਈ ਹੈ ਜੀ। ਇਹ ਲਿਖਿਆਂ ਵਿੱਚੋਂ ਕਿਹੜਾ ਇੱਕ ਭਾਰਤ ਦੇ ਸੰਵਿਧਾਨ ਦੀ ਸੋਧ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਤਬਦੀਲ ਕਰਦਾ ਹੈ? ਦੱਸਣਾ ਹੈ ਵੀ ਕਿਹੜੀ ਇੱਕ ਸੋਧ ਹੈ ਜਿਹਦੇ ਵਿੱਚ ਦਿੱਲੀ ਨੂੰ ਯੂਟੀ ਤੋਂ ਬਦਲ ਕੇ ਰਾਸ਼ਟਰੀ ਰਾਜਧਾਨੀ ਵਿੱਚ ਬਦਲ ਦਿੱਤਾ ਗਿਆ, ਉਹ ਹੈ ਜੀ 69 ਸੋਧ, ਠੀਕ ਹੈ ਜੀ। 69ਵੀਂ ਸੋਧ ਸੀ ਇਹ ਦਿੱਲੀ ਨਾਲ ਸੰਬੰਧਿਤ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਭਾਸ਼ਾ ਡੈਸ਼ ਦੇ ਸਿਧਾਂਤ ਤੋਂ ਲਈ ਗਈ ਹੈ? ਜਿਹੜੀ ਗੱਲ ਹੋ ਰਹੀ ਹੈ ਪ੍ਰਸਤਾਵਨਾ ਦੀ ਭਾਸ਼ਾ ਦੀ, ਇਹ ਆਪਾਂ ਆਸਟ੍ਰੇਲੀਅਨ ਕਨਸਟੀਟਿਊਸ਼ਨ ਚੋਂ ਲਈ ਹੈ ਜੀ। ਸਾਲ ਵਿੱਚ ਕਿਸ ਸਾਲ ਵਿੱਚ ਭਾਰਤੀ ਸੰਵਿਧਾਨ ਵਿੱਚ ਬੁਨਿਆਦੀ ਕਰਤੱਵਾਂ ਨੂੰ ਜੋੜਿਆ ਗਿਆ? ਇਹ 1976 ਵਿੱਚ 42ਵੀਂ ਸੋਧ ਦੁਆਰਾ ਜੋੜਿਆ ਗਿਆ ਜੀ।
ਮੈਨੂੰ ਉਮੀਦ ਹੈ ਅੱਜ ਦਾ ਤੁਹਾਡਾ ਸੈਸ਼ਨ ਆਪ ਜੀ ਨੂੰ ਸਭ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।